ਦਿੱਲੀ ਦੇ ਕੋਲ ਪਾਣੀਪਤ ਦਾ ਸ਼ਹਿਰ ਪਾਣੀਪਤ ਦੇ ਇਲਾਕੇ ਦੇ ਵਿੱਚ ਇੱਕ ਔਰਤ ਆਪਣੇ ਸਿਰ ਤੇ ਦਹੀਂ ਰੱਖ ਕੇ ਵੇਚਦੀ ਫਿਰਦੀ ਆ। ਉਹ ਵੇਚਦੀ ਬਾਜ਼ਾਰਾਂ ਦੇ ਗਲੀਆਂ ਦੇ ਚੱਕਰ ਲਾਉਂਦੀ ਪਈ ਸੀ ਤੇ ਅਚਾਨਕ ਜਨਾਬੇ ਸ਼ਰਫੁੱਦੀਨ ਬੂ ਅਲੀ ਕਲੰਦਰ ਰਹਿਮਤੁल्लाह अलैह ਉਹਨਾਂ ਦੇ ਜਿੱਥੇ ਡੇਰਾ ਸੀ, ਉਸ ਡੇਰੇ ਦੇ ਕੋਲੋਂ ਜਿੱਥੇ ਬੈਠਦੇ ਸੀ ਤਸ਼ਰੀਫ ਫਰਮਾ ਸੀ, ਉੱਥੋਂ ਗੁਜ਼ਰ ਹੋਇਆ ਉਹਦਾ। ਜਨਾਬ ਬੂ ਅਲੀ ਕਲੰਦਰ ਫਰਮਾਉਂਦੇ ਆ ਕਿ ਬੀਬੀ ਕੀ ਵੇਚਦੀ ਪਈ ਹੈ? ਕਹਿੰਦੀ ਮੈਂ ਦਹੀਂ ਵੇਚਦੀ ਪਈ ਹਾਂ। ਕਹਿੰਦੀ ਤੁਸੀਂ ਦਹੀਂ ਲੈਣਾ? ਕਹਿੰਦੇ ਲੈਣ ਵਾਸਤੇ ਪੁੱਛਿਆ। ਕਹਿੰਦੇ ਦਹੀਂ ਬੜਾ ਕੀਮਤੀ ਆ, ਤੁਸੀਂ ਇਹਦੀ ਕੀਮਤ ਭਰ ਲਓਗੇ? ਇਹਦੇ ਭਰ ਲਾਂਗੇ। ਕਿੰਨੇ ਕੁ ਦਾ ਦਹੀਂ ਤੇਰਾ? ਉਹ ਬੀਬੀ ਕਹਿੰਦੀ ਆ ਸੋਨੇ ਦਾ ਇੱਕ ਸਿੱਕਾ। ਆਪਣੇ ਵੱਲੋਂ ਬਹੁਤ ਜ਼ਿਆਦਾ ਕੀਮਤ ਮੰਗੀ ਤੇ ਜਨਾਬ ਬੂ ਅਲੀ ਕਲੰਦਰ ਬੂ ਅਲੀ ਸ਼ਾਹ ਫਰਮਾਉਂਦੇ ਆ ਆਪਣੇ ਮਸੱਲੇ ਦੇ ਥੱਲਿਓਂ ਨਾ ਇਹਦਾ ਮਸੱਲਾ ਚਾਂਚ ਚੱਕਿਆ, ਇੱਕ ਸੋਨੇ ਦਾ ਸਿੱਕਾ ਇਹਦਾ ਇਸ ਤਰ੍ਹਾਂ ਸਿੱਟ ਦਿੱਤਾ। ਕਹਿੰਦੇ ਲੈ ਜਾ ਦਹੀਂ ਵੀ ਲੈ ਜਾ, ਸੋਨੇ ਦਾ ਸਿੱਕਾ ਵੀ ਲੈ ਜਾ, ਸਾਨੂੰ ਦਹੀਂ ਨਾਲ ਵੀ ਗਰਜ਼ ਨਹੀਂ। ਬੀਬੀ ਵੇਖੇ ਕੀ ਬਣਿਆ। ਬੀਬੀ ਚੱਲ ਪਈ, ਪਿੱਛੇ ਮੁੜ ਕੇ ਵੇਖੇ ਮੈਨੂੰ ਆਵਾਜ਼ ਤੇ ਨਹੀਂ ਮਾਰਦੇ। ਦਿਲ 'ਚ ਤੁਰਕਣ ਲੱਗਾ ਕਿ ਮੈਨੂੰ ਆਵਾਜ਼ ਮਾਰਨਗੇ। ਦਹੀਂ ਵੀ ਨਹੀਂ ਲਿਆ ਤੇ ਸੋਨੇ ਦਾ ਸਿੱਕਾ ਉਸੇ ਤਰ੍ਹਾਂ ਦੇ ਦਿੱਤਾ। ਦੇਖਦੀ ਚਲੀ ਗਈ। ਘਰ ਜਾ ਕੇ ਬੜੀ ਹੈਰਾਨ ਹੋਈ ਵੀ ਦਹੀਂ ਵੀ ਨਹੀਂ ਲਿਆ ਬਾਬਿਆਂ ਨੇ ਤੇ ਸੋਨੇ ਦਾ ਸਿੱਕਾ ਵੀ ਦੇ ਦਿੱਤਾ ਮੈਨੂੰ। 2-3 ਦਿਨ ਠਹਿਰ ਕੇ ਨਾ ਡਰਦੀ ਫੇਰ ਉਧਰ ਦੀ ਲੰਘੀ। ਜਦੋਂ ਉਧਰ ਦੀ ਲੰਘੀ ਤੇ ਬਾਬਿਆਂ ਨੇ ਪੁੱਛਿਆ ਹੀ ਨਹੀਂ। ਬੂ ਅਲੀ ਸ਼ਾਹ ਸਾਹਿਬ ਜਿਹੜੇ ਸੀ ਉਹਨਾਂ ਨੇ ਫਿਰ ਸੋਨੇ ਦਾ ਸਿੱਕਾ ਕੱਢ ਕੇ ਦੇ ਦਿੱਤਾ। ਕਹਿੰਦੇ ਜਾ ਲੈ ਜਾ। ਬੜੀ ਹੈਰਾਨ ਹੋਈ। ਉਹਦਾ ਰੋਜ਼ ਦਾ ਮਾਮੂਲ ਬਣ ਗਿਆ। ਰੋਜ਼ ਉਧਰ ਨੂੰ ਆਇਆ ਕਰੇ, ਬਾਬੇ ਹੁਣੀ ਇੱਕ ਸਿੱਕਾ ਸੋਨੇ ਦਾ ਦੇ ਦਿਆ ਕਰ ਜਨਾਬ ਬੂ ਅਲੀ ਸ਼ਾਹ ਸਾਹਿਬ। ਕਾਫੀ ਦਿਨ ਗੁਜ਼ਰ ਗਏ। ਘਰ ਜਾ ਕੇ ਬੜੀਆਂ ਤਾਰੀਫਾਂ ਕਰੇ ਆਪਣੇ ਮੀਆਂ ਦੇ ਕੋਲ ਕਿ ਇਸ ਤਰ੍ਹਾਂ ਮੈਨੂੰ ਤੇ ਬਾਬੇ ਹੁਣੀ ਜਦੋਂ ਮੈਂ ਜਾਨੀ ਸੋਨੇ ਦਾ ਸਿੱਕਾ ਦੇ ਦਿੰਦੇ ਆ ਤੇ ਕੋਈ ਦਹੀਂ ਵੀ ਨਹੀਂ ਲੈਂਦੇ। ਕਹਿੰਦਾ ਭਲੀਏ ਤੈਨੂੰ ਪਤਾ ਨਹੀਂ, ਸੋਨੇ ਦੇ ਸਿੱਕੇ ਤੋਂ ਲਈ ਆਉਣੀ ਆ। ਅਸਲ ਦੌਲਤ ਜਿਹੜੀ ਉਹ ਔਲਾਦ ਹੁੰਦੀ ਆ ਤੇ ਤੂੰ ਸੋਨੇ ਦੇ ਸਿੱਕੇ ਸਾਡੇ ਕਿਸ ਕੰਮ ਆ ਜਦੋਂ ਸਾਡੇ ਕੋਲ ਔਲਾਦ ਹੀ ਹੈ ਨਹੀਂ ਗੀ। ਉਹ ਔਰਤ ਬੇ ਔਲਾਦ ਸੀ ਤੇ ਤੂੰ ਬਾਬੇ ਉਹਨਾਂ ਕੋਲ ਉਹਨਾਂ ਦੀ ਇੰਨੀਆਂ ਤਾਰੀਫਾਂ ਕਰਦੀ ਆ ਬੂ ਅਲੀ ਸ਼ਾਹ ਸਾਹਿਬ ਦੀਆਂ, ਉਹਨਾਂ ਕੋਲ ਜਾ ਕੇ ਬੇਟਾ ਮੰਗ ਕਿ ਅੱਲਾ ਅੱਗੇ ਦੁਆ ਕਰਨ ਕਿ ਸਾਨੂੰ ਬੇਟਾ ਦੇ ਦੇਵੇ। ਕਹਿੰਦੀ ਗੱਲ ਤੇ ਤੇਰੀ ਬੜੀ ਠੀਕ ਆ, ਇਹ ਤਾਂ ਮੈਂ ਸੋਚਿਆ ਹੀ ਨਹੀਂ। ਕਹਿੰਦੀ ਠੀਕ ਆ। ਚਲੀ ਗਈ। ਦੂਸਰੇ ਦਿਨ ਜਾ ਕੇ ਕਹਿੰਦੀ ਹਜ਼ੂਰ ਸੋਨੇ ਦੇ ਸਿੱਕੇ ਤੇ ਤੁਸੀਂ ਰੋਜ਼ ਦਿੰਦੇ ਆ, ਪਰ ਮੈਂ ਅੱਜ ਤੁਹਾਡੇ ਕੋਲੋਂ ਇੱਕ ਬੜੀ ਵੱਡੀ ਦੁਆ ਕਰਾਉਣ ਆਈ ਹਾਂ ਕਿ ਮੇਰੇ ਵਾਸਤੇ ਬੇਟੇ ਦੀ ਦੁਆ ਕਰ ਦਿਓ। ਆਪਨੇ ਫਰਮਾਇਆ ਬੀਬੀ ਇਸ ਤਰ੍ਹਾਂ ਨਹੀਂ, ਜਾ ਮਹੱਲੇ ਜਾ ਕੇ ਐਲਾਨ ਕਰਾ ਦੇ ਸਭ ਕਿ ਜਿਹਨੂੰ ਵੀ ਔਲਾਦ ਚਾਹੀਦੀ ਨਾ, ਬੇਟਾ ਚਾਹੀਦਾ, ਜਿਸ ਕੋ ਔਲਾਦ ਹੈ ਨਹੀਂ, ਉਹ ਸਾਰੀਆਂ ਔਰਤਾਂ ਆ ਜਾਣ, ਕੱਲ੍ਹ ਨੂੰ ਆ ਜਾਓ। ਬੀਬੀ ਨੇ ਜਾ ਕੇ ਐਲਾਨ ਕੀਤਾ ਕਿ ਜਿਹੜੀਆਂ ਬੀਬੀਆਂ ਦੇ ਕੋਲ ਔਲਾਦ ਹੈ ਨਹੀਂ ਨਾ, ਬੇਟਿਆਂ ਦੀ ਖਾਸ਼ਮੰਦ ਆ, ਉਹ ਮੇਰੇ ਕੋਲ ਆਉਣ। ਤੇ ਮੈਂ ਉਹਨਾਂ ਵਾਸਤੇ ਖੁਸ਼ਖਬਰੀ ਹੈ ਮੇਰੇ ਕੋਲ ਇੱਕ। ਚੰਦ ਬੀਬੀਆਂ ਆ ਗਈਆਂ ਮਹੱਲੇ 'ਚੋਂ। ਆ ਕੇ ਉਹਨਾਂ ਨੇ ਦੱਸਿਆ ਵੀ ਇਸ ਤਰ੍ਹਾਂ ਮੈਂ ਬੂ ਅਲੀ ਸ਼ਾਹ ਸਾਹਿਬ ਦੇ ਕੋਲ ਗਈ ਸੀ ਤੇ ਉਹਨਾਂ ਨੇ ਕਿਹਾ ਕੱਲ੍ਹ ਨੂੰ ਜਿਹੜੀ ਵੀ ਬੀਬੀ ਮੇਰੇ ਕੋਲ ਆ ਜਾਊਗੀ ਉਹਨੂੰ ਮੈਂ ਉਹਦੇ ਵਾਸਤੇ ਬੇਟਿਆਂ ਦੀ ਦੁਆ ਕਰਾਂਗਾ ਤੇ ਇਨਸ਼ਾਅੱਲਾ ਉਹਨਾਂ ਨੂੰ ਬੇਟੇ ਹੋਣਗੇ। ਹੁਣ ਬੀਬੀਆਂ ਕੋਲ ਖਬਰ ਤੇ 1 ਮਿੰਟ 'ਚ ਇੱਕ ਕੋ ਦੂਸਰੀ ਕੋ ਤੀਸਰੀ ਪੂਰੇ ਸ਼ਹਿਰ 'ਚ ਖਬਰ ਫੈਲ ਗਈ। ਹਾਲਾਂਕਿ ਚੰਦ ਬੀਬੀਆਂ ਨਾਲ ਗੱਲ ਕੀਤੀ, ਦੂਸਰੀ ਕੋ ਤੀਸਰੀ ਕੋ ਚੌਥੀ, ਬਿਜਲੀ ਤਰ੍ਹਾਂ ਖਬਰ ਗਈ ਸਾਰੀ। ਸੁਬਾਹ ਹੋਈ, ਕਾਫੀ ਗਰੋਹ ਜਿਹੜਾ ਸੀ ਨਾ ਬੀਬੀਆਂ ਦਾ ਇਕੱਠਾ ਹੋ ਕੇ ਜਨਾਬ ਬੂ ਅਲੀ ਸ਼ਾਹ ਸਾਹਿਬ ਦੇ ਕੋਲ ਚਲਾ ਗਿਆ। ਜਨਾਬ ਬੂ ਅਲੀ ਸ਼ਾਹ ਸਾਹਿਬ ਨੇ ਪਾਨ ਦੇ ਪੱਤੇ ਰੱਖ ਕੇ ਨਾ ਇੱਕ ਛੋਟੇ ਕੱਟ ਕੇ ਇੱਦਾਂ ਕਾਫੀ ਸਭ ਮਿਕਦਾਰ 'ਚ ਰੱਖੇ ਸੀ। ਬੀਬੀਆਂ ਨੇ ਲਾਈਨ ਬਣਾ ਲਈ। ਕਹਿੰਦੇ ਆਈ ਜਾਓ, ਇਹ ਇੱਕ ਪੱਤਾ ਇੱਦਾਂ ਦੇਈ ਜਾਣ, ਲੈ ਇਹਨੂੰ ਮੂੰਹ 'ਚ ਪਾ ਕੇ ਨਾ ਇਹਨੂੰ ਖਾ ਲਓ, ਬਸ ਜਿਹੜਾ ਖਾਈ ਜਾਏਗਾ ਉਹਨੂੰ ਮੇਰਾ ਰੱਬ ਕਰੀਮ ਬੇਟਾ ਦੇਗਾ। ਇਸ ਤਰ੍ਹਾਂ ਪੱਤੇ ਦੇਈ ਜਾਂਦੇ, ਪਾਨ ਦੇ ਪੱਤੇ ਕੱਟ ਕੇ ਦੇਈ ਜਾਂਦੇ। ਕੱਟ ਕੇ ਪਹਿਲੇ ਰੱਖੇ ਸੀ। ਬੀਬੀਆਂ ਲੈਂਦੀਆਂ ਗਈਆਂ। ਇੱਕ ਬੀਬੀ ਵਿੱਚ ਐਸੀ ਸੀ ਜਿਹੜਾ ਸਿਰਫ ਇਸ ਡਰਾਮੇ ਨੂੰ ਵੇਖਣ ਵਾਸਤੇ ਗਈਆਂ ਸੀ। ਉਹਦਾ ਅਕੀਦਾ ਨਹੀਂ ਸੀ ਕਿ ਬਾਬੇ ਕਿੱਥੋਂ ਲੈ ਦਿੰਦੇ ਆ ਬੇਟੇ, ਉਹ ਸਿਰਫ ਡਰਾਮਾ ਵੇਖਣ ਗਈ ਸੀ ਕਿ ਮੈਂ ਹੁੰਦਾ ਕੀ ਆ, ਕਿੱਦਾਂ ਬਾਬੇ ਦਿੰਦੇ ਆ। ਉਹਨੂੰ ਵੀ ਪਾਨ ਦਾ ਪੱਤਾ ਦਿੱਤਾ, ਉਹਨੇ ਖਾਧਾ ਹੀ ਨਾ। ਉਹ ਕਿਹੜਾ ਲੈਣ ਵਾਸਤੇ ਗਈ ਸੀ। ਚਲੇ ਗਈਆਂ ਬੀਬੀਆਂ ਆਪਣੇ ਘਰਾਂ ਨੂੰ। ਵਕਤ ਮੁਕਰਰਾ ਤੋਂ ਬਾਅਦ
ਸਾਲ 8-9 ਮਹੀਨੇ ਜਦੋਂ ਵਕਤ ਗੁਜ਼ਰਿਆ ਸਾਰੀਆਂ ਬੀਬੀਆਂ ਨੂੰ ਅੱਲਾਹ ਤਾਲਾ ਨੇ ਬੇਟੇ ਅਤਾ ਕਰ ਦਿੱਤੇ। ਜਦੋਂ ਬੇਟੇ ਅਤਾ ਕਰ ਦਿੱਤੇ ਫਿਰ ਬੀਬੀਆਂ ਨੇ ਪ੍ਰੋਗਰਾਮ ਬਣਾਇਆ ਕਿ ਹੁਣ ਇੱਦਾਂ ਕਰੀਏ, ਹੁਣ ਆਪਾਂ ਨੂੰ ਸ਼ਰੀਨੀ ਤੇ ਦੇਣੀ ਚਾਹੀਦੀ ਹੈ ਨਾ, ਸ਼ੁਕਰੀਆ ਤਾਂ ਅਦਾ ਕਰਨਾ ਚਾਹੀਦਾ, ਮਠਿਆਈ ਲੈ ਕੇ ਜਾਣੀ ਚਾਹੀਦੀ ਆ। ਕਿਸੇ ਨੇ ਦਹੀਂ ਚੱਕਿਆ, ਕਿਸੇ ਨੇ ਜਲੇਬੀਆਂ ਚੱਕੀਆਂ, ਕਿਸੇ ਨੇ ਲੱਡੂ ਚੱਕੇ, ਕਿਸੇ ਨੇ ਕੁਛ ਜਿੰਨੀ ਕਿਸੇ ਦੀ ਤੌਫੀਕ ਸੀ ਸ਼ਰੀਨੀਆਂ ਲੈ ਕੇ ਸਾਰਾ ਗਰੋਹ ਇਕੱਠਾ ਹੋ ਕੇ ਨੇ ਸਾਰੀਆਂ ਜਿੰਨੀਆਂ ਉਤਰ ਗਈਆਂ ਸੀ ਸਾਰੀਆਂ ਹੀ ਚੱਲ ਗਈਆਂ। ਉਹ ਬੀਬੀ ਜਿਹਨੇ ਪਾਨ ਦਾ ਪੱਤਾ ਨਹੀਂ ਸੀ ਨਾ ਖਾਧਾ, ਉਹਨੂੰ ਪਤਾ ਲੱਗਾ ਸ਼ਰੀਨੀ ਦੇਣ ਚੱਲੀਆਂ, ਉਹ ਫਿਰ ਨਾਲ ਚਲੀ ਗਈ, ਜਾ ਕੇ ਸ਼ਰੀਨੀ ਪੇਸ਼ ਕੀਤੀ ਸਾਰਿਆਂ ਨੂੰ। ਜਦੋਂ ਸ਼ਰੀਨੀ ਤੇ ਬੂ ਅਲੀ ਸ਼ਾਹ ਸਾਹਿਬ ਨੇ ਸਾਰਿਆਂ ਦੀ ਸ਼ਰੀਨੀਆਂ ਕਬੂਲ ਕੀਤੀਆਂ ਤੇ ਮੁਬਾਰਕਾਂ ਕਬੂਲ ਕੀਤੀਆਂ, ਖੁਸ਼ ਹੋ ਗਏ। ਬੀਬੀ ਵੀ ਕੋਲ ਖੜੋਤੀ ਹੋ ਜਿਹਨੇ ਪਤਾ ਨਹੀਂ ਸੀ ਖਾਧਾ, ਉਹਨੂੰ ਕਹਿੰਦੇ ਬੀਬੀ ਤੂੰ ਕਿਉਂ ਪਰੇਸ਼ਾਨ ਆ, ਤੂੰ ਪਰੇਸ਼ਾਨ ਕਿਉਂ ਆ, ਤੇ ਸ਼ਰੀਨੀ ਵੀ ਕੋਈ ਲੈ ਕੇ ਨਹੀਂ ਆਈ ਤੂੰ। ਉਹ ਕਹਿੰਦੀ ਬਾਬਾ ਜੀ ਸ਼ਾਹ ਸਾਹਿਬ ਮੈਂ ਬਹੁਤ ਪਰੇਸ਼ਾਨ ਹਾਂ, ਮੈਂ ਤੁਹਾਡੀ ਗੱਲ ਤੇ ਅਮਲ ਨਹੀਂ ਕਰ ਸਕੀ, ਮੈਂ ਉਹ ਪੱਤਾ ਖਾਧਾ ਨਹੀਂ, ਤੁਸੀਂ ਤੇ ਮੈਨੂੰ ਪਤਾ ਦਿੱਤਾ ਸੀਗਾ ਪਰ ਮੈਂ ਤੇ ਖਾਧਾ ਹੀ ਨਹੀਂ, ਮੈਂ ਮੂੰਹ 'ਚ ਪਾਇਆ ਹੀ ਨਹੀਂ। ਅਕੇ ਕੀ ਕੀਤਾ ਸੀ? ਕਹਿੰਦੇ ਉਹ ਮੈਂ ਇੱਕ ਪੱਥਰ ਸੀ ਉਹਦੇ ਥੱਲੇ ਰੱਖ ਦਿੱਤਾ ਸੀਗਾ। ਕਹਿੰਦੇ ਕੋਈ ਯਾਦ ਆ ਉਹ ਕਿੱਥੇ ਸੀਗਾ ਪੱਥਰ 'ਚ? ਕਹਿੰਦੇ ਮੈਂ ਯਾਦ ਕਰਦੀ ਹਾਂ। ਕਹਿੰਦੇ ਯਾਦ ਕਰਕੇ ਆ ਬੀਬੀਆਂ ਨੂੰ ਵੀ ਨਾਲ ਲੈ ਜਾ, ਸਾਰੀਆਂ ਤੇ ਜਾ ਕੇ ਉਹ ਪੱਥਰ ਤੋਂ ਉਹ ਪਤਾ ਕੱਢੋ ਜਾ ਕੇ, ਫਿਰ ਮੈਨੂੰ ਦੱਸਿਓ। ਬੀਬੀਆਂ ਵੀ ਨਾਲ ਚਲੇ ਗਈਆਂ ਤੇ ਜਾ ਕੇ ਗੌਰ ਕੀਤੀ ਕਿ ਇੱਥੇ ਇੱਕ ਸੀਗਾ ਇੱਕ ਪੱਥਰ, ਉਹ ਪੱਥਰ ਨੂੰ ਉਠਾਇਆ ਨਾ, ਥੱਲੇ ਬੱਚਾ ਖੇਲ ਰਿਹਾ ਸੀ, ਮਾਸ਼ਾਅੱਲਾ ਨੌ ਮੌਲੂਦ ਬੱਚਾ ਖੇਲ ਰਿਹਾ ਸੀ। ਉਹ ਬੀਬੀ ਨੇ ਫਟਾਫਟ ਬੱਚਾ ਚੱਕਿਆ, ਗੋਦ ਨਾਲ ਲਾਇਆ ਤੇ ਬੂ ਅਲੀ ਕਲੰਦਰ ਸ਼ਾਹ ਸਾਹਿਬ ਦੇ ਕੋਲ ਲੈ ਆਇਆ। ਕਹਿੰਦੇ ਮੈਂ ਤਾਂ ਤੁਹਾਨੂੰ ਦੇ ਕੇ ਤੋਰਿਆ ਸੀ, ਤੂੰ ਹੀ ਨਹੀਂ ਲੈ ਕੇ ਗਈ ਸੀ, ਮੈਂ ਤਾਂ ਬੱਚਾ ਤੈਨੂੰ ਦੇ ਕੇ ਤੋਰਿਆ ਸੀ ਤੇ ਤੂੰ ਰਾਹ 'ਚ ਹੀ ਛੱਡ ਗਈ ਸੀ। ਇਸ ਤਰ੍ਹਾਂ ਉਹਨਾਂ ਨੇ ਬੇਟੇ ਵੰਡੇ ਤੇ ਅੱਲਾ ਨੇ ਰਹਿਮਤ ਹੋ ਗਈ, ਸਾਰਿਆਂ ਨੂੰ ਖੁਸ਼ੀ ਆਪਣੇ ਬੱਚੇ ਘਰ ਲੈ ਗਏ। ਤੇ ਵੀਡੀਓ ਅੱਛੀ ਲੱਗੇ ਤੇ ਇਹਦਾ ਕਮੈਂਟਸ ਕਰਨੇ ਆ, ਔਰ ਨਵੀਂ ਵੀਡੀਓ ਦੇ ਵਾਸਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ।